ਉੱਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ। ਸਤਿਗੁਰੂ ਜੀ ਮੇਰਾ ਸੀਸ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ। ਸਤਿਗੁਰਾਂ ਨੇ ਭਾਈ ਸਾਹਿਬ ਜੀ ਨੂੰ ਬਾਹ ਤੋਂ ਫੜਿਆ, ਤੰਬੂ ਵਿੱਚ ਲੈ ਗਏ। ਭਾਣਾ ਵਰਤਿਆ, ਤਲਵਾਰ ਚੱਲਣ ਦੀ ਆਵਾਜ਼ ਆਈ। ਲਹੂ ਲਿਬੜੀ ਤਲਵਾਰ ਲੈ ਕਰਕੇ ਸਤਿਗੁਰ ਜੀ ਫੇਰ ਸਟੇਜ ਉੱਤੇ ਆਏ। ਫੇਰ ਇੱਕ ਸੀਸ ਦੀ ਮੰਗ ਕੀਤੀ। ਭਾਈ ਧਰਮਦਾਸ ਜੀ ਹਾਜ਼ਰ ਹੋਏ। ਇਸੇ ਤਰ੍ਹਾਂ ਵਾਰ-ਵਾਰ ਸਤਿਗੁਰ ਜੀ 5 ਵਾਰੀ ਸਟੇਜ ਉੱਤੇ ਆਏ, 5 ਵਾਰੀ ਸੀਸ ਦੀ ਮੰਗ ਕੀਤੀ। ਪਹਿਲਾਂ ਭਾਈ ਦਇਆ ਰਾਮ ਜੀ, ਫਿਰ ਭਾਈ ਧਰਮਦਾਸ ਜੀ, ਫਿਰ ਭਾਈ ਹਿੰਮਤ ਰਾਏ ਜੀ, ਫਿਰ ਭਾਈ ਮੋਹਕਮ ਚੰਦ ਜੀ, ਫਿਰ ਭਾਈ ਸਾਹਿਬ ਚੰਦ ਜੀ ਨੇ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕੀਤਾ। ਸਤਿਗੁਰਾਂ ਨੇ ਪੰਜਾਂ ਨੂੰ ਤੰਬੂ ਵਿੱਚ ਲਿਜਾ ਕਰਕੇ ਉਹਨਾਂ ਦੇ ਸੀਸ ਧੜ ਤੋਂ ਅਲੱਗ ਕੀਤੇ। ਇੱਕ ਸਰਬ ਲੋਹੇ ਦਾ ਬਾਟਾ ਲਿਆ, ਉਸ ਵਿੱਚ ਸਵੱਛ ਜਲ ਪਾ ਕਰਕੇ ਆਪਣੇ ਕਰ ਕਮਲਾਂ ਦੇ ਵਿੱਚ 2 ਧਾਰੀ ਫੌਲਾਦੀ ਖੰਡਾ ਲੈ ਕਰਕੇ ਵੀਰ ਆਸਨ ਬੈਠ ਕੇ ਉਸ ਜਲ ਦੇ ਵਿੱਚ ਖੰਡਾ ਫੇਰਦਿਆਂ ਹੋਇਆਂ ਜਪਜੀ ਜਾਪ ਸਵਈਏ ਚੌਪਈ ਆਨੰਦ ਸਾਹਿਬ ਜੀ ਦਾ ਪਾਠ ਕੀਤਾ। ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਉਹਨਾਂ ਪੰਜਾਂ ਨੂੰ ਮੁੜ ਸੁਰਜੀਤ ਕੀਤਾ, ਅੰਮ੍ਰਿਤ ਛਕਾਇਆ। ਉਹਨਾਂ ਦੇ ਨਾਮ ਨਾਲ ਸਿੰਘ ਪਦ ਲਾਇਆ, ਰਹਿਣੀ ਬਹਿਣੀ ਤੋਂ ਜਾਣੂ ਕਰਵਾਇਆ। ਜਿਸ 2 ਧਾਰੀ ਫੌਲਾਦੀ ਖੰਡੇ ਦੇ ਨਾਲ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਹੀ ਪਾਵਨ ਪਵਿੱਤਰ ਅਸਥਾਨ ਉੱਤੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਕੀਤਾ, ਖਾਲਸਾ ਪੰਥ ਪ੍ਰਗਟ ਕੀਤਾ। ਆਓ ਉਸ 2 ਧਾਰੀ ਫੌਲਾਦੀ ਖੰਡੇ ਔਰ ਸਤਿਗੁਰਾਂ ਦੇ ਹੋਰ ਪਾਵਨ ਸ਼ਸਤਰਾਂ ਦੇ ਦਰਸ਼ਨ ਕਰਕੇ ਅਸੀਂ ਵਡਭਾਗੀ ਬਣੀਏ ਜੀ। ਬੋਲੇ ਸੋ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸਾਹਿਬ ਜੀ ਦੇ ਹੱਥ ਵਿੱਚ ਜਿਹੜਾ ਖੰਡਾ ਇਹ ਹੈ ਉਹ 2 ਧਾਰੀ ਫੌਲਾਦੀ ਖੰਡਾ, ਜਿਹਦੇ ਨਾਲ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਹੀ ਪਾਵਨ ਪਵਿੱਤਰ ਅਸਥਾਨ ਉੱਤੇ ਪਹਿਲੀ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਸੰਚਾਰ ਕੀਤਾ, ਖਾਲਸਾ ਪੰਥ ਪ੍ਰਗਟ ਕੀਤਾ। ਜਿਹੜੇ ਕਹਿੰਦੇ ਸਨ ਕਾਮ ਹਮਾਰਾ ਤੋਲਣ ਤਕੜੇ, ਨੰਗੇ ਕਰਦ ਕਦੇ ਨਹੀਂ ਪਕੜੇ, ਚਿੜੀ ਉੱਡੀ ਡਰ ਸੇ ਮਰ ਜਾऊं, ਦੁਸ਼ਮਣ ਸੇ ਕੈਸੇ ਲੜ ਪਾऊं। ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਅੰਮ੍ਰਿਤ ਛਕਾ ਕਰਕੇ ਉਹਨਾਂ ਅੰਦਰ ਐਸੀ ਵੀਰਤਾ, ਐਸੀ ਅਣਖ, ਐਸੀ ਗੈਰਤ ਭਰ ਦਿੱਤੀ। ਫਿਰ ਉਹ ਕੱਲਾ ਕੱਲਾ ਸਿੰਘ 1.25 ਲੱਖ ਦੇ ਨਾਲ ਲੜਿਆ, ਜਿਸ ਦੀ ਗਵਾਹੀ ਅੱਜ ਵੀ ਸ੍ਰੀ ਚਮਕੌਰ ਸਾਹਿਬ ਜੀ ਦੀ ਗੜੀ ਭਰਦੀ ਹੈ। ਫਿਰ ਉਹਨਾਂ 5 ਪਾਸੋਂ ਸਤਿਗੁਰਾਂ ਨੇ ਆਪ ਅੰਮ੍ਰਿਤ ਛਕਿਆ। 33 ਸਾਲ ਤੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਜੀ ਦੇ ਨਾਮ ਨਾਲ ਪ੍ਰਸਿੱਧ ਰਹੇ। ਫਿਰ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ। ਭਾਈ ਸਾਹਿਬ ਜੀ ਦੇ ਦੂਸਰੇ ਹੱਥ ਵਿੱਚ ਜਿਹੜਾ ਸ਼ਸਤਰ ਹੈ, ਇਸ ਸ਼ਸਤਰ ਦਾ ਨਾਮ ਹੈ ਕਟਾਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਕਮਰ ਕੱਸੇ ਦਾ ਸ਼ਸਤਰ ਹੈ। ਸਤਿਗੁਰ ਜੀ ਇਸ ਦੀ ਵਰਤੋਂ ਹੱਥੋਂ ਹੱਥੀ ਲੜਾਈ ਵੇਲੇ ਜਾਂ ਜਦੋਂ ਸ਼ੇਰ ਦਾ ਸ਼ਿਕਾਰ ਕਰਦੇ ਸਨ ਉਸ ਵੇਲੇ ਵਰਤੋਂ ਕਰਿਆ ਕਰਦੇ ਸਨ। ਇਸ ਦਾ ਵਜਨ 2.5 ਸੇਰ ਦੇ ਕਰੀਬ ਹੈ। ਬੋਲੇ ਸੋ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਸ਼ਸਤਰ ਦਾ ਨਾਮ ਹੈ ਨਾਗਨੀ ਬਰਸ਼ਾ। ਜਦੋਂ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਰੱਖਿਆ ਸੀ, ਬੜੇ ਹੀਲੇ ਵਸੀਲੇ ਕੀਤੇ, ਬੜੇ ਯਤਨ ਕੀਤੇ, ਪਰ ਸ੍ਰੀ ਅਨੰਦਪੁਰ ਸਾਹਿਬ ਜੀ ਉੱਤੇ ਜਿੱਤ ਪ੍ਰਾਪਤ ਨਾ ਕਰ ਸਕੇ। ਫਿਰ ਉਹਨਾਂ ਦੇ ਜਰਨੈਲਾਂ ਨੇ ਰਲ ਕੇ ਇੱਕ ਮੀਟਿੰਗ ਕੀਤੀ। ਉਹਨਾਂ ਆਖਿਆ ਕਿ ਸਭ ਤੋਂ ਪਹਿਲਾਂ ਲੋਹਗੜ੍ਹ ਦੇ ਕਿਲੇ ਉੱਤੇ ਕਬਜ਼ਾ ਕੀਤਾ ਜਾਵੇ। ਲੋਹਗੜ੍ਹ ਦੇ ਕਿਲੇ ਦੇ ਵਿੱਚ ਸਤਿਗੁਰਾਂ ਦਾ ਸ਼ਸਤਰ ਬਣਾਉਣ ਦਾ ਕਾਰਖਾਨਾ ਸੀ। ਉਹਨਾਂ ਸਕੀਮ ਲਾਈ। ਉਹਨਾਂ ਆਖਿਆ ਕਿ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਬਹੁਤ ਮਜ਼ਬੂਤ ਹੈ, ਇਹਨੂੰ ਤੋੜਨਾ ਬਹੁਤ ਔਖਾ ਹੈ। ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਨੂੰ ਤੋੜਨ ਵਾਸਤੇ ਉਹਨਾਂ ਨੇ ਇੱਕ ਮਸਤ ਹਾਥੀ ਤਿਆਰ ਕੀਤਾ। ਉਹਦੇ ਮੱਥੇ ਦੇ ਵਿੱਚ ਫੌਲਾਦ ਦੀਆਂ ਤਵੀਆਂ ਬੰਨੀਆਂ, ਉਹਦੀ ਸੁੰਡ ਦੇ ਵਿੱਚ ਲੰਮੀ ਤਲਵਾਰ ਫੜਾਈ ਗਈ। ਉਹਨੂੰ ਸ਼ਰਾਬ ਪਿਆ ਕਰਕੇ ਮਸਤ ਕੀਤਾ ਗਿਆ। ਉਹਨਾਂ ਆਖਿਆ ਜਦੋਂ ਹਾਥੀ ਟੱਕਰ ਮਾਰ ਕੇ ਲੋਹਗੜ੍ਹ ਦੇ ਦਰਵਾਜ਼ੇ ਨੂੰ ਤੋੜੇਗਾ, ਸਾਡੀ ਫੌਜ ਅੰਦਰ ਵੜ ਜਾਵੇਗੀ।
ਜਿਹੜੇ ਥੋੜੇ ਜਿਹੇ ਸਿੰਘ ਹੋਣਗੇ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਲੋਹਗੜ੍ਹ ਦੇ ਕਿਲੇ ਉੱਤੇ ਅਸੀਂ ਕਬਜ਼ਾ ਕਰ ਲਿਆ ਤਾਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਮੁਹਿੰਮ ਸਹਿਜੇ ਹੀ ਸਰ ਹੋ ਜਾਵੇਗੀ। ਜਦੋਂ ਇਸ ਗੱਲ ਦਾ ਪਤਾ ਸ਼ਾਮ ਦੇ ਦੀਵਾਨਾਂ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਲੱਗਾ, ਉਹਨਾਂ ਆਖਿਆ ਫੇਰ ਕੀ ਹੋਇਆ? ਜੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਦਾ ਮਸਤ ਹਾਥੀ ਆ ਰਿਹਾ ਹੈ, ਮਸਤ ਹਾਥੀ ਦਾ ਮੁਕਾਬਲਾ ਕਰੇਗਾ ਸਾਡਾ ਬੱਬਰ ਸ਼ੇਰ ਭਾਈ ਬਚਿੱਤਰ ਸਿੰਘ। ਭਾਈ ਬਚਿੱਤਰ ਸਿੰਘ ਜੀ ਨੂੰ ਕੋਲ ਬੁਲਾਇਆ, ਥਾਪੜਾ ਦਿੱਤਾ ਆਪਣੇ ਕਮਰ ਕੱਸੇ ਦਾ ਇਹ ਪਰਸ਼ਾ, ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ, ਇਹਨੂੰ ਚਲਾਉਣ ਦਾ ਢੰਗ ਤਰੀਕਾ ਦੱਸਿਆ। ਅਗਲਾ ਦਿਨ ਚੜਿਆ, ਜਦੋਂ ਹਾਥੀ ਮਾਰੋ ਮਾਰ ਕਰਦਾ ਹੋਇਆ ਲੋਹਗੜ੍ਹ ਦੇ ਕਿਲੇ ਵੱਲ ਨੂੰ ਵੱਧ ਰਿਹਾ ਸੀ, ਭਾਈ ਸਾਹਿਬ ਜੀ ਨੇ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਘੋੜੇ ਉੱਤੇ ਸਵਾਰ ਹੋਏ, ਮੈਦਾਨੇ ਜੰਗ ਵਿੱਚ ਉਤਰੇ, ਦੁਸ਼ਮਣ ਦੇ ਨਾਲ ਲੜਦੇ ਹੋਏ ਹਾਥੀ ਦੇ ਕੋਲ ਪਹੁੰਚ ਗਏ। ਹਾਥੀ ਨੂੰ ਆਪਣੀ ਮਾਰ ਹੇਠਾਂ ਵੇਖ ਕੇ ਉਹਦੇ ਵਾਰ ਤੋਂ ਬਚਦਿਆਂ ਹੋਇਆ ਭਾਈ ਸਾਹਿਬ ਜੀ ਨੇ ਆਪਣੇ ਦੋਨੋਂ ਪੈਰ ਰਕਾਬਾਂ ਦੇ ਵਿੱਚ ਰੱਖ ਕੇ ਖੜੇ ਹੋ ਕਰਕੇ ਆਪਣੇ ਦੋਨਾਂ ਹੱਥਾਂ ਵਿੱਚ ਇਹ ਵਰਸ਼ਾ ਲੈ ਕਰਕੇ ਜ਼ੋਰ ਦੇ ਨਾਲ ਹਾਥੀ ਦੇ ਮੱਥੇ ਵਿੱਚ ਮਾਰਿਆ। ਉਹ ਫੌਲਾਦ ਦੀਆਂ ਤਵੀਆਂ ਨੂੰ ਪਾੜਦਾ ਹੋਇਆ ਇਹ ਨਾਗ ਵਰਗਾ ਫਲ ਸਾਰੇ ਦਾ ਸਾਰਾ ਹਾਥੀ ਦੇ ਮੱਥੇ ਵਿੱਚ ਜਾ ਤਸਿਆ। ਫਿਰ ਭਾਈ ਸਾਹਿਬ ਜੀ ਨੇ ਉਸੇ ਤਰ੍ਹਾਂ ਹੀ ਇਹਨੂੰ ਮਧਾਣੀ ਵਾਂਗੂ ਰਿੜਕ ਕੇ ਜਦੋਂ ਪਿਛਾਂਹ ਨੂੰ ਖਿੱਚਿਆ, ਹਾਥੀ ਚੀਕਾਂ ਮਾਰਦਾ ਹੋਇਆ ਆਪਣੀ ਹੀ ਫੌਜ ਨੂੰ ਲਤਾੜਦਾ ਹੋਇਆ ਪਿਛਾਂਹ ਨੂੰ ਭੱਜ ਉੱਠਿਆ। ਭਾਈ ਸਾਹਿਬ ਜੀ ਦੀ ਉਸ ਜੰਗ ਦੇ ਵਿੱਚ ਜਿੱਤ ਹੋਈ। ਇਸ ਸ਼ਸਤਰ ਦਾ ਨਾਮ ਹੈ ਨਾਗਨੀ ਵਰਸ਼ਾ। ਬੋਲੇ ਸੋ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਸ਼ਸਤਰ ਦਾ ਨਾਮ ਹੈ ਕਰਪਾ ਵਰਸ਼ਾ। ਇਸ ਦੇ ਨਾਲ ਦੋ ਸਾਖੀਆਂ ਜਗਤ ਪ੍ਰਸਿੱਧ ਹਨ। ਪਹਿਲੀ ਸਾਖੀ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਕਾਰਯੋਗ ਮਾਤਾ ਜੀਤੋ ਜੀ ਨੂੰ ਵਿਆਹੁਣ ਵਾਸਤੇ ਗੁਰੂ ਕੇ ਲਾਹੌਰ ਵਿਖੇ ਬਰਾਤ ਲੈ ਕਰਕੇ ਗਏ। ਉੱਥੋਂ ਦੀਆਂ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਗਰਮੀ ਬਹੁਤ ਹੈ ਔਰ ਇੱਥੇ ਪਾਣੀ ਦੀ ਬਹੁਤ ਘਾਟ ਹੈ, ਜਲ ਦੀ ਬਹੁਤ ਕਿੱਲਤ ਹੈ। ਸਤਿਗੁਰ ਸਾਹਿਬਾਂ ਜੀ ਨੇ ਆਪਣੇ ਸੇਵਕਾਂ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਆਪਣੇ ਕਰ ਕਮਲਾਂ ਦੇ ਵਿੱਚ ਇਹ ਵਰਸ਼ਾ ਲੈ ਕਰਕੇ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕੇ 3 ਵਾਰੀ ਧਰਤੀ ਦੇ ਵਿੱਚ ਮਾਰਿਆ। ਉਸ ਪਥਰੀਲੀ ਜ਼ਮੀਨ ਦੇ ਵਿੱਚੋਂ 3 ਨਿਰਮਲ ਜਲ ਦੀਆਂ ਧਾਰਾਂ ਵਹਿ ਉੱਠੀਆਂ। ਸਤਿਗੁਰਾਂ ਨੇ ਨਾਮ ਰੱਖਿਆ ਤ੍ਰਿਬੈਣੀ ਸਾਹਿਬ। ਅੱਜ ਵੀ ਉਹ ਜਲ ਉਸੇ ਤਰ੍ਹਾਂ ਨਿਰੰਤਰ ਚੱਲਦਾ ਹੈ ਔਰ ਸੰਗਤਾਂ ਛਕ ਕੇ ਆਨੰਦ ਮਾਣਦੀਆਂ ਨੇ। ਹਰ ਬਸੰਤ ਪੰਚਮੀ ਵਾਲੇ ਦਿਨ ਸਤਿਗੁਰਾਂ ਦੇ ਵਿਆਹ ਪੁਰਬ ਤੇ ਉੱਥੇ ਭਾਰੀ ਜੋੜ ਮੇਲਾ ਲੱਗਦਾ ਹੈ। ਦੂਜੀ ਸਾਖੀ, ਜਦੋਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਮਸਤ ਹਾਥੀ ਦਾ ਮੁਕਾਬਲਾ ਕਰ ਰਹੇ ਸਨ ਤਾਂ ਉਸ ਵੇਲੇ ਰਾਜਾ ਕੇਸਰੀ ਚੰਦ ਉਹਨੇ ਭਾਰੀ ਫੌਜ ਲੈ ਕਰਕੇ ਸ੍ਰੀ ਅਨੰਦਪੁਰ ਸਾਹਿਬ ਜੀ ਉੱਤੇ ਚੜ੍ਹਾਈ ਕੀਤੀ। ਉਹ ਆਪਣੇ ਜਰਨੈਲਾਂ ਨੂੰ ਇਹ ਗੱਲ ਕਹਿ ਕੇ ਆਇਆ ਸੀ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਜਿਉਂਦਾ ਫੜ ਕੇ ਲੈ ਕੇ ਆਵਾਂਗਾ ਜਾਂ ਉਹਨਾਂ ਦਾ ਸੀਸ ਲੈ ਕੇ ਆਵਾਂਗਾ। ਜਦੋਂ ਇਸ ਗੱਲ ਦਾ ਪਤਾ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੇ ਭਰਾਤਾ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਨੂੰ ਲੱਗਾ ਤਾਂ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕਰਕੇ ਬੇਨਤੀ ਕੀਤੀ, ਸਤਿਗੁਰੂ ਜੀ ਜਿਹੜਾ ਦੁਸ਼ਟ ਪਾਪੀ ਆਪ ਜੀ ਦੇ ਸੀਸ ਦੇ ਸੁਪਨੇ ਲੈਂਦਾ ਹੈ ਉਹਨੂੰ ਸੋਧਾ ਲਾਉਣ ਦੀ ਸੇਵਾ ਦਾ ਮੈਨੂੰ ਮੌਕਾ ਦਿੱਤਾ ਜਾਵੇ। ਸਤਿਗੁਰੂ ਜੀ ਪ੍ਰਸੰਨ ਹੋਏ, ਆਪਣੇ ਕਮਰ ਕੱਸੇ ਦਾ ਇਹ ਵਰਸ਼ਾ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ। ਜਦੋਂ ਭਾਈ ਸਾਹਿਬ ਘੋੜੇ ਉੱਤੇ ਸਵਾਰ ਹੋ ਕਰਕੇ ਮੈਦਾਨੇ ਜੰਗ ਵਿੱਚ ਉਤਰੇ, ਰਾਜੇ ਕੇਸਰੀ ਚੰਦ ਤੱਕ ਪਹੁੰਚ ਗਏ। ਰਾਜੇ ਕੇਸਰੀ ਚੰਦ ਨੇ 3 ਵਾਰ ਭਾਈ ਸਾਹਿਬ ਜੀ ਉੱਤੇ ਕੀਤੇ। ਭਾਈ ਸਾਹਿਬ ਜੀ ਨੇ ਤਿੰਨੇ ਹੀ ਉਹਦੇ ਵਾਰ ਆਪਣੀ ਢਾਲ ਉੱਤੇ ਡੱਕ ਕੇ ਆਪਣੀ ਤੇਗ ਦਾ ਐਸਾ ਭਰਪੂਰ ਵਾਰ ਕੀਤਾ, ਰਾਜੇ ਕੇਸਰੀ ਚੰਦ ਦਾ ਸਿਰ ਧੜ ਤੋਂ ਅਲੱਗ ਕਰਕੇ ਜ਼ਮੀਨ ਉੱਤੇ ਸਿੱਟ ਦਿੱਤਾ। ਫਿਰ ਭਾਈ ਸਾਹਿਬ ਜੀ ਨੇ ਇਸ ਵਰਸ਼ੇ ਦੀ ਨੋਕ ਦੇ ਵਿੱਚ ਉਹਦਾ ਸਿਰ ਫਸਾਇਆ। ਘੋੜੇ ਉੱਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ। ਪਿੱਛੋਂ ਹਲਫੇ ਹੋਈ ਦੁਸ਼ਮਣ ਦੀ ਫੌਜ ਨੇ ਗੋਲੀ ਚਲਾਈ। 2 ਗੋਲੀਆਂ ਇਸ ਵਰਸ਼ੇ ਉੱਤੇ ਲੱਗੀਆਂ, ਇੱਕ ਵਰਸ਼ੇ ਦੀ ਨੋਕ ਉੱਤੇ, ਇੱਕ ਵਰਸ਼ੇ ਦੀ ਮੁੱਠ ਉੱਤੇ। ਉਹਦਾ ਵੱਢਿਆ ਹੋਇਆ ਸਿਰ ਭਾਈ ਸਾਹਿਬ ਜੀ ਨੇ ਲਿਆ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖਿਆ ਅਤੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰ ਜੀ ਜਿਹੜਾ ਦੁਸ਼ਟ ਪਾਪੀ ਆਪ ਜੀ ਦੇ ਸੀਸ ਦੇ ਸੁਪਨੇ ਲੈਂਦਾ ਸੀ ਉਹਦਾ ਵੱਢਿਆ ਹੋਇਆ ਸਿਰ ਆਪ ਜੀ ਦੇ ਚਰਨਾਂ ਵਿੱਚ ਪਿਆ ਹੈ। ਇਸ ਸ਼ਸਤਰ ਦਾ ਨਾਮ ਹੈ ਕਰਪਾ ਵਰਸ਼ਾ। ਬੋਲੇ ਸੋ ਨਿਹਾਲ।
ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਸ਼ਸਤਰ ਦਾ ਨਾਮ ਹੈ ਬੰਦੂਕ। ਇਸ ਉੱਪਰ ਲਿਖਿਆ ਹੋਇਆ ਉਰਦੂ ਅੱਖਰਾਂ ਵਿੱਚ ਕਾਰਖਾਨਾ ਲਾਹੌਰ, ਜਿਸ ਤੋਂ ਸਿੱਧ ਹੁੰਦਾ ਹੈ ਕਿ ਲਾਹੌਰ ਦੇ ਕਿਸੇ ਕਾਰਖਾਨੇ ਦੀ ਬਣੀ ਹੋਈ ਹੈ। ਇੱਕ ਗੁਰਸਿੱਖ ਪ੍ਰੇਮੀ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕਰਕੇ ਇਹ ਬੰਦੂਕ ਸਤਿਗੁਰਾਂ ਨੂੰ ਭੇਟਾ ਕੀਤੀ ਔਰ ਬੇਨਤੀ ਕੀਤੀ, ਸਤਿਗੁਰ ਜੀ ਇਸ ਦਾ ਨਿਸ਼ਾਨਾ ਬਹੁਤ ਅਚੂਕ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਈ ਜੰਗਾਂ ਯੁੱਧਾਂ ਦੇ ਵਿੱਚ ਇਸ ਬੰਦੂਕ ਦੀ ਵਰਤੋਂ ਕੀਤੀ। ਬੋਲੇ ਸੋ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸ਼ਸਤਰ ਦਾ ਨਾਮ ਹੈ ਸੈਫ। ਇਹਨੂੰ ਅਰਬੀ ਦੇ ਵਿੱਚ ਜ਼ੁਲਫਕਾਰ ਵੀ ਕਿਹਾ ਜਾਂਦਾ ਹੈ। ਇਸਲਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ। ਇਸਲਾਮ ਧਰਮ ਦੇ ਬਾਨੀ ਹੋਏ ਹਨ ਹਜ਼ਰਤ ਮੁਹੰਮਦ ਸਾਹਿਬ, ਔਰ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਫਾਤਿਮਾ। ਬੀਬੀ ਫਾਤਿਮਾ ਜੀ ਦੇ ਘਰ ਵਾਲੇ ਦਾ ਨਾਮ ਹੈ ਹਜ਼ਰਤ ਅਲੀ। ਇਹਨਾਂ ਦੇ ਦੋ ਸਪੁੱਤਰ ਹਨ, ਹਸਨ ਅਤੇ ਹੁਸੈਨ। ਇਹਨਾਂ ਚਾਰਾਂ ਦੇ ਨਾਮ ਅਰਬੀ ਦੇ ਵਿੱਚ ਇਸ ਸ਼ਸਤਰ ਉੱਤੇ ਉਕਰੇ ਹੋਏ ਹਨ। ਕੁਝ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਇੱਕ ਪਾਸੇ ਸੂਰਜ ਦਾ ਨਿਸ਼ਾਨ ਔਰ ਦੂਸਰੇ ਪਾਸੇ ਇਸਲਾਮ ਧਰਮ ਦਾ ਚੰਦਰਮਾ ਅਤੇ ਤਾਰੇ ਦਾ ਨਿਸ਼ਾਨ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸਲਾਮ ਧਰਮ ਦਾ ਪੈਗੰਬਰੀ ਸ਼ਸਤਰ ਹੈ। ਇਹ ਗੁਰੂ ਘਰ ਵਿੱਚ ਕਿਵੇਂ ਆਇਆ, ਇਸ ਦੇ ਨਾਲ ਇੱਕ ਛੋਟੀ ਜਿਹੀ ਸਾਖੀ ਜੁੜਦੀ ਹੈ। ਕਰਬਲਾ ਦੇ ਮੈਦਾਨ ਦੇ ਵਿੱਚ ਇਸਲਾਮ ਧਰਮ ਦਾ ਧਾਰਮਿਕ ਯੁੱਧ ਹੋਇਆ। ਉਸ ਯੁੱਧ ਦੇ ਵਿੱਚ ਹੁਸੈਨ ਸ਼ਹੀਦ ਹੋ ਗਿਆ। ਉਸ ਮੈਦਾਨ ਦੇ ਵਿੱਚ ਇਹ ਸ਼ਸਤਰ ਦੀ ਵਰਤੋਂ ਕੀਤੀ ਗਈ। ਹੁਸੈਨ ਦੀ ਮਾਤਾ ਬੀਬੀ ਫਾਤਿਮਾ ਨੇ ਇਹ ਸ਼ਸਤਰ ਮੱਕੇ ਵਿਖੇ ਭੇਟ ਕਰ ਦਿੱਤਾ। ਸਮਾਂ ਬੀਤਿਆ, ਔਰੰਗਜ਼ੇਬ ਤਖਤ ਉੱਤੇ ਕਾਬਜ ਹੋਇਆ। ਉਹਨੇ ਜ਼ਬਰੀ ਲੋਕਾਂ ਨੂੰ ਮੁਸਲਮਾਨ ਬਣਾਇਆ। ਇਹ ਸ਼ਸਤਰ ਔਰੰਗਜ਼ੇਬ ਤੱਕ ਪਹੁੰਚ ਗਿਆ। ਔਰੰਗਜ਼ੇਬ ਨੇ ਬੜੇ ਪਿਆਰ ਦੇ ਨਾਲ ਇਹ ਸ਼ਸਤਰ ਆਪਣੇ ਤੋਸ਼ੇਖਾਨੇ ਦੇ ਵਿੱਚ ਸਾਂਭ ਕੇ ਰੱਖਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਜ਼ਫਰਨਾਮਾ ਸਾਹਿਬ ਪੜ੍ਹ ਕੇ ਔਰੰਗਜ਼ੇਬ ਦੀ ਮੌਤ ਹੋਈ। ਉਸ ਦੀ ਮੌਤ ਦੇ ਪਿੱਛੋਂ ਤਖਤ ਕਰਕੇ ਉਹਦੇ ਦੋਨਾਂ ਪੁੱਤਰਾਂ ਦੇ ਵਿੱਚ ਲੜਾਈ ਛਿੜ ਗਈ। ਤਾਰਾ ਆਜ਼ਮ ਅਤੇ ਮੌਜ਼ਮ ਔਰੰਗਜ਼ੇਬ ਦੇ ਦੋ ਪੁੱਤਰ ਸਨ। ਤਾਰਾ ਆਜ਼ਮ ਨੇ ਮੌਜ਼ਮ ਨੂੰ ਮਾਰ ਭਜਾਇਆ। ਮੌਜ਼ਮ ਨੇ ਬੜੇ ਹੀਲੇ ਵਸੀਲੇ ਕੀਤੇ, ਪਰ ਉਹਦੀ ਕੋਈ ਵਾਹ ਪੇਸ਼ ਨਾ ਗਈ। ਫਿਰ ਮੌਜ਼ਮ ਨੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਵਿੱਚ ਪਾ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੇਰੀ ਜੰਗ ਦੇ ਵਿੱਚ ਮਦਦ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਜੰਗ ਦੇ ਵਿੱਚ ਮੌਜ਼ਮ ਦੀ ਮਦਦ ਕੀਤੀ। ਮੌਜ਼ਮ ਨੇ ਤਾਰਾ ਆਜ਼ਮ ਨੂੰ ਮਾਰ ਮੁਕਾਇਆ, ਤਖਤ ਉੱਤੇ ਕਾਬਜ ਹੋ ਗਿਆ। ਉਹਨੇ ਆਪਣਾ ਨਾਮ ਬਦਲ ਕੇ ਰੱਖਿਆ ਬਹਾਦਰ ਸ਼ਾਹ। ਉਹਨੇ ਆਪਣੀ ਤਾਜਪੋਸ਼ੀ ਦਾ ਸਮਾਗਮ ਆਗਰੇ ਦੇ ਕਿਲੇ ਵਿੱਚ ਰੱਖਿਆ। ਉਹਨੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਪੱਤਰ ਭੇਜਿਆ। ਸਤਿਗੁਰੂ ਜੀ ਉਹਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆ ਆਪਣੇ ਸਿੰਘਾਂ ਸਮੇਤ ਘੋੜੇ ਉੱਤੇ ਸਵਾਰ ਹੋ ਕਰਕੇ ਆਗਰੇ ਦੇ ਕਿਲੇ ਵਿੱਚ ਦਾਖਲ ਹੋਏ। ਬਹਾਦਰ ਸ਼ਾਹ ਨੇ ਸਤਿਗੁਰਾਂ ਦਾ ਬੜਾ ਭਾਰੀ ਸਵਾਗਤ ਕੀਤਾ। ਹੀਰੇ ਜਵਾਹਰਾਤ ਭੇਟ ਕੀਤੇ। ਉੱਥੇ ਸ਼ਸਤਰ ਵੀ ਸਤਿਗੁਰਾਂ ਨੂੰ ਭੇਟਾ ਕੀਤਾ ਅਤੇ ਬੇਨਤੀ ਕੀਤੀ, ਸਤਿਗੁਰ ਜੀ ਇਹ ਇਸਲਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ। ਆਪ ਜੀ ਸੰਸਾਰ ਦੇ ਸਭ ਤੋਂ ਵੱਡੇ ਪੈਗੰਬਰ ਹੋ। ਇਹ ਸ਼ਸਤਰ ਆਪ ਜੀ ਨੂੰ ਸ਼ੋਭਾ ਪਾਉਂਦਾ ਹੈ। ਉਸ ਸਮੇਂ ਤੋਂ ਇਹ ਸ਼ਸਤਰ ਤਖਤ ਸਾਹਿਬ ਜੀ ਵਿਖੇ ਸ਼ੋਭਾ ਪਾ ਰਿਹਾ ਹੈ। ਬੋਲੇ ਸੋ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸ਼ਸਤਰ ਦਾ ਨਾਮ ਹੈ ਸ਼ਮਸ਼ੀਰੇ ਤੇਗ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਦੀ ਵਰਤੋਂ ਉਸ ਵਕਤ ਕਰਿਆ ਕਰਦੇ ਸਨ ਜਦੋਂ ਦੁਸ਼ਮਣ ਨੇ ਸੰਜੋ ਪਹਿਨੀ ਹੋਵੇ। ਸੰਜੋ ਜੋ ਕਿ ਲੋਹੇ ਦੀਆਂ ਬਰੀਕ ਤਾਰਾਂ ਦਾ ਬਣਿਆ ਹੋਇਆ ਕੋਟ ਹੁੰਦਾ ਹੈ। ਤਲਵਾਰ ਦਾ ਵਾਰ ਉਸ ਉੱਤੇ ਕੱਟ ਨਹੀਂ ਕਰਦਾ। ਇਸ ਦਾ ਕੀਤਾ ਹੋਇਆ ਵਾਰ ਲੋਹੇ ਦੀਆਂ ਬਰੀਕ ਤਾਰਾਂ ਨੂੰ ਤੋੜਦਾ ਹੈ। ਬਹੁਤ ਤਿੱਖਾ ਤੇ ਤੇਜ਼ ਧਾਰ ਵਾਲਾ ਸ਼ਸਤਰ ਹੈ। ਦੂਸਰੇ ਹੱਥ ਵਿੱਚ ਜਿਹੜਾ ਸ਼ਸਤਰ ਹੈ, ਇਸ ਸ਼ਸਤਰ ਦਾ ਨਾਮ ਹੈ ਦਾਹੇ ਆਹਿਨੀ। ਸਤਿਗੁਰੂ ਜੀ ਇਸ ਦੀ ਵਰਤੋਂ ਉਸ ਵਕਤ ਕਰਿਆ ਕਰਦੇ ਸਨ ਜਦੋਂ ਦੁਸ਼ਮਣ ਨੇ ਸਿਰ ਉੱਤੇ ਟੋਪ ਪਹਿਨਿਆ ਹੋਵੇ। ਟੋਪ ਨੂੰ ਪਾੜਨ ਵਾਸਤੇ ਇਹ ਸ਼ਸਤਰ ਵਰਤਿਆ ਜਾਂਦਾ ਹੈ। ਬੋਲੇ ਸੋ ਨਿਹਾਲ। ਗੁਰੂ ਪਿਆਰੇ ਸਾਧ ਸੰਗਤ ਜੀ, ਇਹ ਸੁਨਹਿਰੀ ਚੱਕਰ
ਕਿਸੇ ਗੁਰਸਿੱਖ ਪ੍ਰੇਮੀ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕੀਤਾ। ਇਸ ਉੱਪਰ 22 ਪੌੜੀਆਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਉਕਰੀਆਂ ਹੋਈਆਂ ਹਨ। ਇਹ ਚੱਕਰ ਤਿਆਰ ਕਰਕੇ ਉਸ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਭੇਟਾ ਕੀਤਾ। ਸਤਿਗੁਰਾਂ ਨੇ ਗੁਰਬਾਣੀ ਅਤੇ ਸ਼ਸਤਰ ਦਾ ਸਤਿਕਾਰ ਕਰਦਿਆਂ ਹੋਇਆਂ ਇਸ ਨੂੰ ਆਪਣੀ ਦਸਤਾਰ ਦੇ ਵਿੱਚ ਸਜਾ ਕੇ ਰੱਖਿਆ। ਦੂਸਰੇ ਹੱਥ ਵਿੱਚ ਜਿਹੜੀ ਢਾਲ ਹੈ, ਇਹ ਢਾਲ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਹੈ। ਗੈਂਡੇ ਦੀ ਖੱਲ ਦੀ ਬਣੀ ਹੋਈ ਹੈ, 350 ਸਾਲ ਪੁਰਾਣੀ ਹੈ। ਉਸ ਸਮੇਂ ਦਾ ਕੋਈ ਵੀ ਸ਼ਸਤਰ ਇਹਦੇ ਉੱਤੇ ਕਾਰਾਗਰ ਨਹੀਂ ਹੁੰਦਾ ਸੀ। ਅੱਜ ਵੀ ਉਸੇ ਤਰ੍ਹਾਂ ਨਵੀਂ ਦੀ ਨਵੀਂ ਲੱਗਦੀ ਹੈ। ਬੋਲੇ ਸੋ ਨਿਹਾਲ। ਗੁਰੂ ਪਿਆਰੇ ਸਾਧ ਸੰਗਤ ਜੀਓ, ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਵੱਡਾ ਬਰਸ਼ਾ, ਔਰ ਦੂਜੇ ਹੱਥ ਵਿੱਚ ਹੈ ਛੋਟੀ ਬਰਸ਼ੀ। ਇਹ ਦੋਨੋਂ ਸ਼ਸਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹਨ। ਸਤਿਗੁਰੂ ਜੀ ਇਹਨਾਂ ਦੀ ਵਰਤੋਂ ਹਾਥੀ ਜਾਂ ਘੋੜੇ ਉੱਤੇ ਸਵਾਰ ਹੋ ਕੇ ਕਰਿਆ ਕਰਦੇ ਸਨ। ਬੋਲੇ ਸੋ ਨਿਹਾਲ। ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ। ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ। ਇਹ ਤੇਗਾ ਮੇਰੇ ਪੀਰੀ ਦੇ ਮਾਲਕ ਸ਼ਹਿਨਸ਼ਾਹ ਪਿਤਾ, ਦੇਗ ਅਤੇ ਤੇਗ ਦੇ ਧਣੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ। ਬੋਲੇ ਸੋ ਨਿਹਾਲ। ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ, ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਸ ਸ੍ਰੀ ਸਾਹਿਬ ਜੀ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਮੈਦਾਨੇ ਜੰਗ ਅੰਦਰ ਬਹੁਤ ਭਾਰੀ ਜੰਗ ਕੀਤਾ। ਤੇਗ ਦੇ ਐਸੇ ਜੌਹਰ ਵਿਖਾਏ। ਤੇਗ ਦਾ ਧਣੀ ਹੋਣ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਰੱਖਿਆ ਤੇਗ ਬਹਾਦਰ। ਇਸ ਉੱਪਰ ਲਿਖਿਆ ਹੋਇਆ ਹੈ, ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਸੰਮਤ 1713। ਦੂਜਾ ਸ੍ਰੀ ਸਾਹਿਬ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਹ ਸ੍ਰੀ ਸਾਹਿਬ ਸਤਿਗੁਰਾਂ ਨੇ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਭਾਈ ਤਰਲੋਕ ਸਿੰਘ, ਭਾਈ ਰਾਮ ਸਿੰਘ, ਜਿਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਜੀ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ, ਭਾਈ ਤਰਲੋਕ ਸਿੰਘ ਜੀ ਨੂੰ ਬਖਸ਼ਿਸ਼ ਕੀਤਾ। ਇਸ ਉੱਪਰ ਲਿਖਿਆ ਹੋਇਆ ਸ੍ਰੀ ਭਗਉਤੀ ਜੀ ਸਹਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾਸ। ਦੂਸਰੇ ਪਾਸੇ ਲਿਖਿਆ ਹੋਇਆ ਪਾਤਸ਼ਾਹੀ ਦਾਸ। ਬੋਲੇ ਸੋ ਨਿਹਾਲ। ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਜਿਹੜੀ ਕਿਰਪਾਨ ਹੈ, ਇਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੇ ਦੀ ਕਮਰ ਕੱਸੇ ਦੀ ਕਿਰਪਾਨ ਹੈ। ਇਸ ਉੱਪਰ ਲਿਖਿਆ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਕਮਰ ਕੀ ਤਲਵਾਰ ਹੈ, ਵਧੇ ਦੇਗ ਤੇ ਜਾਂ ਤੇਗ ਤੇ। ਦੂਸਰੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ, ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਹ ਸ੍ਰੀ ਸਾਹਿਬ ਸਤਿਗੁਰਾਂ ਨੇ ਭਾਈ ਰਾਏ ਕੱਲੇ ਜੀ ਨੂੰ ਬਖਸ਼ਿਸ਼ ਕੀਤਾ ਸੀ, ਜਿਨ੍ਹੇ ਨੂਰੇ ਮਾਹੀ ਰਾਹੀਂ ਮਾਤਾ ਜੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲਾ ਕਰਕੇ ਸੁਨੇਹਾ ਸਤਿਗੁਰਾਂ ਤੱਕ ਪਹੁੰਚਾਇਆ ਸੀ। ਬੋਲੇ ਸੋ ਨਿਹਾਲ। ਇਸ ਸ਼ਸਤਰ ਦਾ ਨਾਮ ਹੈ ਛੋਟੀ ਬਰਸ਼ੀ, ਇਹਨੂੰ ਭਾਲਾ ਵੀ ਕਿਹਾ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਸਤਿਗੁਰੂ ਜੀ ਇਸ ਦੀ ਵਰਤੋਂ ਹੱਥੋਂ ਹੱਥੀ ਲੜਾਈ ਵੇਲੇ ਜਾਂ ਘੋੜੇ ਉੱਤੇ ਸਵਾਰ ਹੋ ਕੇ ਕਰਿਆ ਕਰਦੇ ਸਨ। ਗੁਰੂ ਪਿਆਰੇ ਸਾਧ ਸੰਗਤ ਜੀ, ਜਦੋਂ ਆਪ ਜੀ ਤਖਤ ਸਾਹਿਬ ਜੀ ਉੱਤੇ ਨਤਮਸਤਕ ਹੁੰਦੇ ਹੋ, ਉੱਪਰ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹੋ। ਦਰਸ਼ਨ ਕਰਕੇ ਜਦੋਂ ਪਰਿਕਰਮਾ ਕਰਦੇ ਹੋ, ਬਿਲਕੁਲ ਸੀਸੇ ਦੇ ਸਾਹਮਣੇ ਜਾਂਦੇ ਹੋ, ਉੱਥੋਂ ਆਪ ਜੀ ਨੂੰ ਦਰਸ਼ਨ ਹੋਣਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ 5 ਤੀਰ ਲੱਕੜੀ ਦੀ ਦਸਤੀ ਵਾਲੇ, 1 ਤੀਰ ਲੋਹੇ ਦਾ ਔਰ 1 ਛੋਟੀ ਕਿਰਪਾਨ ਜਿਹੜੀ ਸਤਿਗੁਰੂ ਜੀ ਆਪਣੀ ਦਸਤਾਰ ਦੇ ਵਿੱਚ ਸਜਾਉਂਦੇ ਸਨ। 1 ਘੋੜੇ ਨੂੰ ਹਿੱਕਣ ਵਾਲਾ ਚਾਬੁਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ। ਜਦੋਂ ਆਪ ਜੀ ਪਰਿਕਰਮਾ ਕਰਕੇ ਦੂਸਰੇ ਪਾਸੇ ਸ਼ੀਸ਼ੇ ਦੇ ਸਾਹਮਣੇ ਆਉਂਦੇ ਹੋ,
ਉੱਥੋਂ ਆਪ ਜੀ ਨੂੰ ਦਰਸ਼ਨ ਹੋਣਗੇ। ਇੱਕ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਚੋਲਾ, ਇੱਕ ਹੱਥ ਲਿਖਤ ਪੋਥੀ, ਇੱਕ ਕੇਸਾਂ ਸਮੇਤ ਕੰਘਾ ਔਰ ਇੱਕ ਦਸਤਾਰ। ਕੇਸਾਂ ਸਮੇਤ ਕੰਘਾ ਔਰ ਦਸਤਾਰ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਭੰਗਾਣੀ ਦੇ ਜੰਗ ਤੋਂ ਉਪਰੰਤ ਬਖਸ਼ਿਸ਼ ਕੀਤੀ ਸੀ। ਭੰਗਾਣੀ ਦੇ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਦੇ 2 ਪੁੱਤਰ ਕੁਝ ਮੁਰੀਦ ਸ਼ਹੀਦ ਹੋਏ। ਜਦੋਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਗਏ, ਸਤਿਗੁਰ ਜੀ ਉਸ ਸਮੇਂ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸਨ। ਪੀਰ ਜੀ ਨੂੰ ਆਉਂਦਿਆਂ ਵੇਖ ਕੇ ਸਤਿਗੁਰਾਂ ਨੇ ਆਖਿਆ, ਆਓ ਪੀਰ ਜੀ, ਤੁਹਾਡੇ 2 ਪੁੱਤਰ ਕੁਝ ਮੁਰੀਦ ਸ਼ਹੀਦ ਹੋਏ ਹਨ, ਅਸੀਂ ਤੁਹਾਡੇ ਉੱਤੇ ਪ੍ਰਸੰਨ ਹਾਂ, ਮੰਗੋ ਜੋ ਮੰਗਣਾ ਹੈ। ਪੀਰ ਜੀ ਨੇ ਝੋਲੀ ਅੱਡ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰ ਜੀ ਜੇ ਆਪ ਜੀ ਤਰੁੱਠੇ ਹੋ, ਪ੍ਰਸੰਨ ਹੋ, ਤਾਂ ਜਿਹੜਾ ਕੇਸਾਂ ਸਮੇਤ ਕੰਘਾ ਹੈ ਮੈਨੂੰ ਬਖਸ਼ਿਸ਼ ਕਰ ਦਿਓ। ਸਤਿਗੁਰਾਂ ਨੇ ਆਪਣਾ ਕੇਸਾਂ ਸਮੇਤ ਕੰਘਾ ਔਰ ਇੱਕ ਦਸਤਾਰ ਪੀਰ ਜੀ ਨੂੰ ਬਖਸ਼ਿਸ਼ ਕੀਤੀ। ਗੁਰੂ ਪਿਆਰੀ ਸਾਧ ਸੰਗਤ ਜੀ, ਹਰ ਬੁੱਧਵਾਰ ਹਰ ਐਤਵਾਰ ਤਖਤ ਸਾਹਿਬ ਜੀ ਵਿਖੇ ਅੰਮ੍ਰਿਤ ਸੰਚਾਰ ਹੁੰਦਾ ਹੈ ਔਰ ਹੋਲੇ ਮਹੱਲੇ ਦੇ ਤਿਉਹਾਰ ਨੂੰ ਮਨਾਉਂਦਿਆਂ ਹੋਇਆਂ ਲਗਾਤਾਰ 3 ਦਿਨ ਤੋਂ ਅੰਮ੍ਰਿਤ ਸੰਚਾਰ ਚੱਲ ਰਿਹਾ ਹੈ। ਕੱਲ 26 ਤਰੀਕ ਨੂੰ ਵੀ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਸਿੰਘ ਸਿੰਘਣੀਆਂ ਸੱਜੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ। ਆਪ ਜੀ ਨੇ ਉਹਨਾਂ ਮਹਾਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਕੀਤੇ ਜਿਹੜੇ ਸ਼ਸਤਰਾਂ ਨਾਲ ਗੁਰੂ ਸਾਹਿਬ ਅਤੇ ਗੁਰੂ ਕੇ ਪਿਆਰੇ ਸਿੱਖਾਂ ਨੇ ਜ਼ਬਰ ਅਤੇ ਜ਼ੁਲਮ ਦਾ ਮੁਕਾਬਲਾ ਕੀਤਾ। ਹੋਲੇ ਮਹੱਲੇ ਦੇ ਤਿਉਹਾਰ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।